ਸਮੇਲ ਪੋਡਕਾਸਟ ਦੀ ਲੜੀ ਨੰਬਰ 20 ਵਿੱਚ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਸਭ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਪੇਸ਼ ਕਰਨ ਲੱਗੇ ਹਾਂ ਤੇ ਉਮੀਦ ਕਰਦਾ ਹਾਂ ਕਿ ਪਿਛਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ। ਅੱਜ ਦਾ ਪ੍ਰੋਗਰਾਮ ਦੋਸਤੋ ਉਹਨਾਂ ਬੱਚਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਿਛਲੇ ਦਿਨੀ ਕਲੋਨਾ ਸ਼ਹਿਰ ਦੇ ਇੱਕ ਸਕੂਲ ਵਿੱਚੋਂ ਪਿੰਜਰ ਪ੍ਰਾਪਤ ਹੋਏ। ਇਹ ਬੱਚੇ ਨੇਟਿਵ, ਜਿਨ੍ਹਾਂ ਨੂੰ ਅਸੀਂ ਰੈੱਡ ਇੰਡੀਅਨ ਕਹਿ ਲੈਂਦੇ ਹਾਂ ਜਾਂ ਅਸੀਂ ਕੈਨੇਡਾ ਦੇ ਮੂਲ ਨਿਵਾਸੀ ਕਹਿੰਦੇ ਹਾਂ, ਤੇ ਉਹਨਾਂ ਦੇ ਬੱਚੇ ਸੀ। ਤੋ ਇਹ ਸਕੂਲ ਖੁੱਲ੍ਹੇ ਨੂੰ ਭਾਵੇਂ ਇੱਕ ਲੰਮਾ ਅਰਸਾ ਬੀਤ ਗਿਆ, ਲੇਕਿਨ ਇਹ ਜਿਹੜਾ ਬੱਚਿਆਂ ਦਾ ਮਿਲਣਾ ਹੈ ਇਸ ਸਮੇਂ ਦੇ ਵਿੱਚ ਆ ਕੇ ਇਹ ਬਹੁਤ ਸਾਰੇ ਸਵਾਲ ਹੈ ਜਿਹੜਾ ਖੜੇ ਕਰਦਾ ਹੈ। ਇਹ ਸਵਾਲ ਇਹ ਵੀ ਖੜੇ ਕਰਦਾ ਹੈ ਕਿ ਜਦੋਂ ਸੈਟਲਰ ਇਸ ਮੁਲਕ ਦੇ ਵਿੱਚ ਆਏ ਤਾਂ ਜਦੋਂ ਮੂਲ ਨਿਵਾਸੀਆਂ ਦੀ ਧਰਤੀ ਨੂੰ ਉਹਨਾਂ ਨੇ ਦੱਬਿਆ ਜਾਂ ਇੱਥੇ ਇੱਕ ਆਪਣੀ ਸੱਤਾ ਸਥਾਪਿਤ ਕਰਨੀ ਚਾਹੀ, ਜਾਂ ਇੱਥੇ ਜਿਹੜਾ ਉਹਨਾਂ ਨੂੰ ਲੱਗਿਆ ਕਿ ਇੱਥੇ ਬਿਜ਼ਨਸ ਬਹੁਤ ਹੈ, ਫਿਸ਼ਿੰਗ ਹੈ ਅਤੇ ਜਾਨਵਰਾਂ ਦੀਆਂ ਜਿਹੜੀਆਂ ਫਰਜ਼ ਨੇ ਉਹ ਬਹੁਤ ਨੇ ਅਤੇ ਲੱਕੜ ਬਹੁਤ ਹੈ, ਤਾਂ ਉਹਨਾਂ ਨੂੰ ਲੱਗਿਆ ਕਿ ਇੱਥੋਂ ਬਹੁਤ ਪੈਸਾ ਕਮਾਇਆ ਜਾ ਸਕਦਾ ਹੈ। ਸੋ ਉਸ ਵਕਤ ਉਹਨਾਂ ਨੇ ਇਸ ਮੁਲਕ ਨੂੰ ਹਥਿਆਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ। ਉਹਨਾਂ ਹੱਥਕੰਡਿਆਂ ਦੇ ਵਿੱਚ ਇੱਕ ਇਹ ਸੀ ਕਿ ਇਹਨਾਂ ਦਾ ਜਿਹੜਾ ਸੱਭਿਆਚਾਰ ਹੈ ਇਸ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਜਾਵੇ। ਸੋ ਦੂਸਰਾ ਸੀਗਾ ਕਿ ਇਹਨਾਂ ਨੂੰ ਕ੍ਰਿਸਚੀਅਨ ਬਣਾ ਲਿਆ ਜਾਵੇ, ਤਾਂ ਜਿਹੜੀ ਆਸਥਾ ਇਹਨਾਂ ਦੀ ਹੈਗੀ ਹੈ ਜਾਂ ਜਿਸ ਤਰ੍ਹਾਂ ਦੀਆਂ ਰਹੁ ਰੀਤਾਂ ਵਿੱਚ ਇਹ ਵਿਸ਼ਵਾਸ ਕਰਦੇ ਨੇ, ਜਿਸ ਤਰ੍ਹਾਂ ਦੇ ਰੱਬ ਦੇ ਵਿੱਚ ਜਾਂ ਜਿਸ ਤਰ੍ਹਾਂ ਦੇ ਧਰਮ ਦੇ ਵਿੱਚ ਇਹ ਵਿਸ਼ਵਾਸ ਕਰਦੇ ਨੇ, ਤਾਂ ਉਹਦੇ ਤੋਂ ਇਹਨਾਂ ਨੂੰ ਤੋੜ ਲਿਆ ਜਾਵੇ। ਸੋ ਇਸ ਤਰ੍ਹਾਂ ਕਰਨ ਲਈ ਜਿਵੇਂ ਦੁਨੀਆ ਭਰ ਵਿੱਚ ਹੁੰਦਾ ਆਇਆ ਕਿ ਉਹਨਾਂ ਨੇ ਜਿਹੜੀਆਂ ਈਸਾਈ ਮਿਸ਼ਨਰੀਆਂ ਸੀ ਉਹ ਵੱਡੇ ਪੱਧਰ 'ਤੇ ਇਸ ਮੁਲਕ ਦੇ ਵਿੱਚ ਭੇਜੀਆਂ। ਤਾਂ ਉਹ ਜਦੋਂ ਜਾਂਦੇ ਸੀ ਇਹਨਾਂ ਮੂਲ ਵਾਸੀਆਂ ਕੋਲ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਜਿਹੜਾ ਉਹਨਾਂ ਦਾ ਧਰਮ ਬਿਹਤਰ ਹੈ ਅਤੇ ਇਨਸਾਨ ਬਣ ਲਈ ਅਤੇ ਉਹ ਇਸ ਧਰਮ ਦੇ ਵਿੱਚ ਆ ਜਾਣ। ਅਤੇ ਫਿਰ ਹੌਲੀ ਹੌਲੀ ਇਹਨਾਂ ਨੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ, ਤੋਂ ਕੈਥੋਲਿਕ ਸਕੂਲ। ਸੋ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਿਆਂਦਾ ਜਾਂਦਾ ਅਤੇ ਉਹਨਾਂ ਬੱਚਿਆਂ ਦੇ ਉੱਪਰ ਬਹੁਤ ਸਾਰੇ ਤਸ਼ੱਦਦ ਹੁੰਦੇ ਅਤੇ ਜੇ ਉਹਨਾਂ ਦਾ ਕਹਿਣਾ ਨਾ ਮੰਨਦੇ, ਇੱਥੋਂ ਤੱਕ ਕਿ ਉਹਨਾਂ ਨੂੰ ਭਾਸ਼ਾ ਬੋਲਣ ਦੀ ਆਗਿਆ ਨਹੀਂ ਸੀ, ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਰੀਤੀ ਰਿਵਾਜ, ਉਹਨਾਂ ਦਾ ਪਹਿਰਾਵਾ ਜਾਂ ਉਹਨਾਂ ਦੀਆਂ ਟਰਡੀਸ਼ਨਸ, ਉਹਨਾਂ ਦੀਆਂ ਪਰੰਪਰਾਵਾਂ ਸੀ, ਉਹਨਾਂ ਨੂੰ ਵੀ ਮੰਨਣ ਦੀ ਆਗਿਆ ਨਹੀਂ ਸੀ। ਸੋ ਜਦੋਂ ਉਹ ਨਹੀਂ ਮੰਨਦੇ ਸੀ ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਅਤੇ ਉਹਨਾਂ 'ਤੇ ਬਹੁਤ ਤਸ਼ੱਦਦ ਕੀਤੇ ਜਾਂਦੇ ਸੀ। ਇੱਥੇ ਹੀ ਨਹੀਂ, ਅਤੇ ਉਹਨਾਂ ਨੂੰ ਜੇ ਕਿਤੇ ਉਹ ਇੱਕ ਲਫ਼ਜ਼ ਵੀ ਆਪਣੀ ਭਾਸ਼ਾ ਦਾ ਬੋਲ ਦਿੰਦੇ ਸੀ ਤਾਂ ਵੀ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ। ਉਹਨਾਂ ਦੇ ਵਿੱਚ ਬਿਮਾਰੀਆਂ ਫੈਲਾਈਆਂ ਗਈਆਂ, ਉਹਨਾਂ ਦੀਆਂ ਜਿਹੜੀਆਂ ਬੱਚੀਆਂ ਸੀ ਉਹਨਾਂ ਨਾਲ ਜਬਰ ਜਨਾਹ ਹੋਏ, ਤਾਂ ਬਹੁਤ ਸਾਰੇ ਬੱਚੇ ਸੀ ਜਿਹੜੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਕਿ ਉਹ ਬੱਚੇ ਮਰ ਜਾਣ। ਸੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਇੱਕ ਸਮੂਹਿਕ ਕਤਲੇਆਮ, ਜਿਹਨੂੰ ਆਪਾਂ ਨਰਸੰਹਾਰ ਕਹਿੰਦੇ ਹਾਂ, ਜਿਹਨੂੰ ਜੈਨੋਸਾਈਡ ਕਹਿੰਦੇ ਹਾਂ, ਉਹ ਮੂਲ ਨਿਵਾਸੀਆਂ ਦਾ ਕੀਤਾ ਗਿਆ। ਸੋ ਮੂਲ ਨਿਵਾਸੀ ਅੱਜ ਵੀ ਕੈਨੇਡਾ ਦੇ ਵਿੱਚ ਵੱਸਦੇ ਨੇ, ਪਰ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੈ। ਉਹਨਾਂ ਦੀਆਂ ਰੱਖਾਂ ਨੇ ਜਿਹਨਾਂ ਨੂੰ ਆਪਾਂ ਰਿਜ਼ਰਵ ਕਹਿੰਦੇ ਹਾਂ, ਅਤੇ ਉਸ ਏਰੀਏ ਦੇ ਵਿੱਚ ਰਹਿੰਦੇ ਨੇ। ਭਾਵੇਂ ਉਹ ਆਪਣੇ ਰੀਤੀ ਰਿਵਾਜ, ਧਰਮ ਉਸ ਦੀ ਪਾਲਣਾ ਕਰਦੇ ਨੇ, ਲੇਕਿਨ ਇਹ ਜਿਹੜਾ ਸ਼ੌਕ ਹੈ, ਇਹ ਜਿਹੜਾ ਦੁਖਾਂਤ ਉਹਨਾਂ ਨਾਲ ਵਾਪਰਿਆ ਹੈ, ਉਹਦਾ ਜਿਹੜਾ ਸ਼ੋਕ ਹੈ, ਉਹਦੇ ਵਿੱਚੋਂ ਉਹ ਅਜੇ ਤੱਕ ਵੀ ਬਾਹਰ ਨਹੀਂ ਆ ਸਕੇ। ਸੋ ਦੋਸਤੋ, ਕਲੋਨਾ ਦੇ ਵਿੱਚ ਜਿਹੜਾ ਇਹ ਸਕੂਲ ਸੀ ਜਿੱਥੋਂ 215 ਬੱਚਿਆਂ ਦੇ ਪਿੰਜਰ ਮਿਲੇ, ਸੋ ਇਹ ਜਿਹੜਾ ਸਕੂਲ ਸੀ ਇਹ ਤਕਰੀਬਨ 19ਵੀਂ ਸਦੀ ਦੇ ਅੰਤ 'ਤੇ ਬਣਿਆ ਸੀ। 1890 ਦੇ ਵਿੱਚ ਇਹ ਸਕੂਲ ਬਣਿਆ, ਅਤੇ ਜਿੱਥੇ ਜਿਵੇਂ ਬਾਕੀ ਕੈਥੋਲਿਕ ਸਕੂਲਾਂ 'ਚ ਹੁੰਦਾ ਸੀ ਅਤੇ ਇਹਨਾਂ ਦੀਆਂ ਰੱਖਾਂ 'ਚੋਂ ਬੱਚੇ ਜ਼ਬਰਦਸਤੀ ਚੱਕ ਕੇ ਲਿਆ ਕੇ ਇਹਨਾਂ ਸਕੂਲਾਂ ਦੇ ਵਿੱਚ ਪਾਏ ਜਾਂਦੇ ਸੀ, ਇੱਥੇ ਵੀ ਪਾਏ ਗਏ ਸੀ। ਇਹਨਾਂ ਬੱਚਿਆਂ ਨੂੰ ਮਾਪਿਆਂ ਨਾਲੋਂ ਤੋੜ ਲਿਆ ਜਾਂਦਾ ਸੀ, ਮਾਪਿਆਂ ਨੂੰ ਮਿਲ ਨਹੀਂ ਸੀ ਦਿੱਤਾ ਜਾਂਦਾ। ਸੋ ਇਹ ਸਕੂਲ 1969 ਤੱਕ ਚੱਲਦਾ ਰਿਹਾ। ਸੋ 1969 ਤੋਂ ਬਾਅਦ ਸਰਕਾਰ ਨੇ ਇਹ ਸਕੂਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਅਤੇ ਫਿਰ 1978 ਦੇ ਵਿੱਚ ਇਹ ਸਕੂਲ ਹੈ ਜਿਹੜਾ ਬੰਦ ਕਰ ਦਿੱਤਾ ਗਿਆ। ਸੋ ਹੁਣ ਅੱਜ 2021 ਦੇ ਵਿੱਚ ਤੋਂ ਪਤਾ ਲੱਗਦਾ ਹੈ ਕਿ ਇੱਥੇ 215 ਬੱਚਿਆਂ ਦੇ ਪਿੰਜਰ ਨੇ ਜਿਹੜੇ ਉਹ ਥੱਲੇ ਦੱਬੇ ਹੋਏ ਨੇ। ਸੋ ਦੋਸਤੋ, ਇਹ ਕੈਨੇਡਾ ਦਾ ਇੱਕ ਕਾਲਾ ਇਤਿਹਾਸ ਹੈ। ਇਸ 'ਤੇ ਕਹਾਣੀਆਂ ਲਿਖੀਆਂ ਗਈਆਂ, ਇਸ 'ਤੇ ਸਾਹਿਤ ਰਚਿਆ ਗਿਆ। ਤੋਂ ਪਿਛਲੇ ਦਿਨੀ ਇੱਕ ਮੂਵੀ ਵੀ ਮੈਂ ਮੈਨੂੰ ਦੇਖਣ ਨੂੰ ਮਿਲੀ, ਇੰਡੀਅਨ ਹਾਰਸ, ਅਤੇ ਉਸ ਦੇ ਵਿੱਚ ਬੜਾ ਦੁਖਾਂਤ ਹੈ ਜਿਹੜਾ ਦਿਖਾਇਆ ਗਿਆ। ਤੁਹਾਨੂੰ ਵੀ ਕਿਤੇ
ਮਿਲੇ ਤਾਂ ਇਹ ਮੂਵੀ ਨੂੰ ਜ਼ਰੂਰ ਦੇਖਣਾ, ਤਾਂ ਤੁਹਾਨੂੰ ਪਤਾ ਲੱਗੇਗਾ ਸੋ ਕਿਸ ਤਰ੍ਹਾਂ ਇਹਨਾਂ ਬੱਚਿਆਂ 'ਤੇ ਤਸ਼ੱਦਦ ਹੁੰਦਾ ਸੀ। ਇਹਨਾਂ ਨੂੰ ਜਿਹੜਾ ਹੈਗਾ ਉਹ ਮਰਨ ਲਈ ਮਜਬੂਰ ਤੱਕ ਕਰ ਦਿੱਤਾ ਜਾਂਦਾ ਸੀ। ਤਾਂ ਅੱਜ ਵੀ ਇਹਨਾਂ ਨਾਲ ਜਿਹੜਾ ਇਹ ਵਿਤਕਰਾ ਉਹ ਹੋ ਰਿਹਾ ਹੈ, ਭਾਵੇਂ ਉਸ ਪੱਧਰ ਤੇ ਨਹੀਂ ਹੋ ਰਿਹਾ, ਲੇਕਿਨ ਇਹ ਅਜੇ ਤੱਕ ਵੀ ਸੰਘਰਸ਼ ਕਰ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੂਲ ਨਿਵਾਸੀਆਂ ਦੇ ਉਹਨਾਂ ਸਾਰੇ ਬੱਚਿਆਂ ਨੂੰ ਯਾਦ ਕਰਦੇ ਹਾਂ, ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕਰਦੇ ਹਾਂ। ਤੇ ਇਕੱਲੇ ਬੱਚਿਆਂ ਨੂੰ ਹੀ ਨਹੀਂ, ਜਿੰਨੇ ਮੂਲ ਵਾਸੀਆਂ ਦਾ ਕਤਲ ਹੋਇਆ, ਜਿਨ੍ਹਾਂ ਦੀ ਇਹ ਧਰਤੀ ਸੀ, ਜਿਨ੍ਹਾਂ ਦੇ ਉੱਪਰ ਵਿਦੇਸ਼ੀ ਤਾਕਤਾਂ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਦਾ ਦੇਸ਼ ਆ ਜਿਹੜਾ, ਉਹਨਾਂ ਦੀ ਜਿਹੜੀ ਧਰਤੀ ਆ ਉਹਨੂੰ ਹਥਿਆ ਲਿਆ, ਤਾਂ ਉਹਨਾਂ ਨੇ ਜੋ ਵੀ ਕੀਤਾ ਤਾਂ ਉਹ ਇੱਕ ਕਾਲਾ ਇਤਿਹਾਸ ਹੈ। ਸੋ ਜਿਸ ਦੀ ਅਸੀਂ ਕੈਨੇਡਾ ਗੌਰਮੈਂਟ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਨੂੰ ਖੋਜਿਆ ਜਾਵੇ, ਇਸ ਨੂੰ ਖੋਜ ਕੇ ਹਿਸਟਰੀ ਦੇ ਵਿੱਚ ਸ਼ਾਮਲ ਕੀਤਾ ਜਾਵੇ। ਉਹ ਚਿਹਰੇ ਜਿਨ੍ਹਾਂ ਦੇ ਭਾਵੇਂ ਧਾਰਮਿਕ ਨਕਾਬ ਸਨ, ਜਿਨ੍ਹਾਂ ਦੇ ਭਾਵੇਂ ਸ਼ਰਾਫਤ ਦੇ ਨਕਾਬ ਸਨ, ਉਹਨਾਂ ਨੂੰ ਇਤਿਹਾਸ ਦੇ ਕਟਹਿਰੇ ਦੇ ਵਿੱਚ ਨੰਗਾ ਕੀਤਾ ਜਾਵੇ, ਤਾਂ ਕਿ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇਸ ਘਿਨਾਉਣੇ ਕਾਰਨਾਮੇ ਬਾਰੇ ਜਾਣ ਸਕਣ। ਸੋ ਦੋਸਤੋ, ਇਹ ਗੱਲ ਜਦੋਂ ਮੈਂ ਕਰ ਰਿਹਾ ਹਾਂ ਤੇ ਮਨ ਵੀ ਭਰ ਰਿਹਾ ਹੈ। ਮੈਂ ਪਿਛਲੇ ਦਿਨੀ ਇਹਨਾਂ ਸ਼ਰਧਾਂਜਲੀ ਜਿੱਥੇ ਜਿੱਥੇ ਵੀ ਇਹਨਾਂ ਬੱਚਿਆਂ ਨੂੰ ਦਿੱਤੀ ਗਈ, ਉਹਨਾਂ ਦੇ ਵਿੱਚੋਂ ਮੈਨੂੰ ਵੀ ਇੱਕ ਜਗ੍ਹਾ ਜਾਣ ਦਾ ਮੌਕਾ ਮਿਲਿਆ, ਕੁਈਨਜ਼ ਪਾਰਕ ਟੋਰਾਂਟੋ ਦੇ ਵਿੱਚ, ਜਿਹੜੀ ਓਨਟਾਰੀਓ ਦੀ ਰਾਜਧਾਨੀ ਹੈ। ਸੋ ਮੈਂ ਦੇਖਿਆ ਕਿ ਉੱਥੇ ਲੋਕ ਫੁੱਲ ਰੱਖ ਰਹੇ ਨੇ, ਬੱਚਿਆਂ ਦੇ ਜਿਹੜੇ ਸ਼ੂ ਨੇ ਛੋਟੇ ਛੋਟੇ ਉਹ ਰੱਖੇ ਗਏ ਨੇ ਤਾਂ ਕਿ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਸੋ ਇਹ ਜਿਹੜਾ ਮੂਲ ਵਾਸੀਆਂ ਦਾ ਦੁਖਾਂਤ ਹੈ, ਇਹ ਇਕੱਲੇ ਕੈਨੇਡਾ ਵਿੱਚ ਹੀ ਨਹੀਂ, ਤੇ ਦੁਨੀਆ ਦਾ ਜਿਹੜਾ ਕੋਈ ਵੀ ਹਿੱਸਾ ਹੈ ਉੱਥੇ ਮੂਲ ਵਾਸੀਆਂ ਨਾਲ ਇਹੀ ਕੁਝ ਵਾਪਰਦਾ ਰਿਹਾ ਹੈ। ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ, ਸਾਡੇ ਆਪਣੇ ਦੇਸ਼ ਦੀ, ਤਾਂ ਤੁਸੀਂ ਦੇਖੋਗੇ ਕਿ ਜਦੋਂ ਤੋਂ ਆਰੀਅਨ 5-7 ਹਜ਼ਾਰ ਸਾਲ ਪਹਿਲਾਂ ਆਰੀਅਨ ਨੇ ਜਿਹੜੇ ਉਹਨਾਂ ਨੇ ਇਸ ਧਰਤੀ ਤੇ ਕਬਜ਼ਾ ਕੀਤਾ, ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਾਸੀ ਕੌਣ ਸਨ? ਜੇ ਦਰਾਵੜ ਸਨ ਤਾਂ ਉਹਨਾਂ ਦਾ ਸਾਹਿਤ ਕੀ ਸੀ, ਉਹਨਾਂ ਦਾ ਇਤਿਹਾਸ ਕੀ ਸੀ, ਉਹਨਾਂ ਦਾ ਧਰਮ ਕੀ ਸੀ, ਉਹਨਾਂ ਦੀਆਂ ਪਰੰਪਰਾਵਾਂ ਕੀ ਸੀ, ਉਹਨਾਂ ਸਭ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਗਿਆ। ਸੋ ਅੱਜ ਸਾਡੇ ਕੋਲ ਆਰੀਅਨਾਂ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਜਾਂ ਬਾਕੀ ਸੂਬਿਆਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸਾਡੇ ਕੋਲ ਵੀ ਕੋਈ ਇਤਿਹਾਸ ਨਹੀਂ ਮਿਲਦਾ। ਤੇ ਉਹਨਾਂ ਨੂੰ ਕਿਵੇਂ ਕਤਲ ਕੀਤਾ ਗਿਆ, ਜਾਂ ਉਹਨਾਂ ਨੂੰ ਗੁਲਾਮ ਬਣਾ ਲਿਆ ਗਿਆ, ਜਾਂ ਉਹਨਾਂ ਨੂੰ ਹੋਰ ਪਾਸੇ ਧੱਕ ਦਿੱਤਾ ਗਿਆ, ਇਹ ਸਾਨੂੰ ਨਹੀਂ ਪਤਾ ਤੇ ਸਾਨੂੰ ਹਿਸਟਰੀ ਵਿੱਚ ਪੜ੍ਹਾਇਆ ਵੀ ਨਹੀਂ ਜਾਂਦਾ। ਤੇ ਜੇ ਤੁਸੀਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਵੀ ਦੇਖੋ ਤਾਂ ਉੱਥੇ ਵੀ ਇਹੀ ਹਾਲ ਹੈ। ਸੋ ਉਮੀਦ ਕਰਦਾ ਹਾਂ ਦੋਸਤੋ, ਤੁਹਾਡਾ ਵੀ ਮਨ ਇਸ ਗੱਲ ਨਾਲ ਪਸੀਜਿਆ ਗਿਆ ਹੋਵੇਗਾ, ਤੇ ਇਸ ਦੇ ਨਾਲ ਹੀ ਮੈਂ ਅੱਜ ਦੇ ਪ੍ਰੋਗਰਾਮ ਨੂੰ ਸਮਰਪਿਤ ਕਰਦਾ ਹਾਂ। ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ, ਉਹ ਸਾਡਾ ਸਮਾਂ ਸੀ, ਉਹ ਮੇਰਾ ਸਮਾਂ ਸੀ। 1978 ਦੇ ਵਿੱਚ ਅਸੀਂ ਕਾਲਜ ਗਏ, 1978 ਤੋਂ ਇਹ ਦੁਖਾਂਤ ਸ਼ੁਰੂ ਹੋ ਗਿਆ। ਤਾਂ ਮੈਂ ਜਿਹੜਾ ਆਪਣਾ MA ਤੱਕ ਹੈ 1987 ਦੇ ਵਿੱਚ ਆਪਣੀ ਸਾਰੀ MA PhD ਵਗੈਰਾ ਤੱਕ ਕਰਦਾ ਰਿਹਾ, ਤੇ ਇਹ ਦੁਖਾਂਤ ਸਾਡੇ ਨਾਲ ਚੱਲਦਾ ਰਿਹਾ। ਤੇ ਸਾਡੇ ਮਾਪਿਆਂ ਨੂੰ ਪੁੱਛ ਕੇ ਦੇਖੋ, ਜਦੋਂ ਅਸੀਂ ਘਰੋਂ ਬਾਹਰ ਜਾਂਦੇ ਸੀ, ਜਦੋਂ ਜਵਾਨ ਮੁੰਡੇ ਘਰੋਂ ਬਾਹਰ ਜਾਂਦੇ ਸੀ, ਤਾਂ ਮਾਪਿਆਂ ਨੂੰ ਕੋਈ ਆਸ ਨਹੀਂ ਸੀ ਹੁੰਦੀ ਕਿ ਉਹ ਮੁੜ ਕੇ ਆਉਣਗੇ ਜਾਂ ਨਹੀਂ ਆਉਣਗੇ ਘਰ। ਬੱਸਾਂ ਬੰਦ ਹੋ ਜਾਂਦੀਆਂ ਸੀ ਤੇ ਪਿੰਡਾਂ ਦੇ ਵਿੱਚ ਗੋਲੀਆਂ ਚੱਲਦੀਆਂ ਸੀ, ਪੁਲਿਸ ਮੁਕਾਬਲੇ ਹੁੰਦੇ ਸੀ, ਕਿਸ ਨੂੰ ਖਾੜਕੂ ਮਾਰ ਜਾਂਦੇ ਸੀ ਤੇ ਕਿਸ ਨੂੰ ਪੁਲਿਸ ਮਾਰ ਜਾਂਦੀ ਸੀ। ਤੇ ਇਹ ਜਿਹੜਾ ਕਹਿਰ ਸੀ ਉਹ ਲੰਬਾ ਸਮਾਂ ਪੰਜਾਬ ਦੇ ਵਿੱਚ ਚੱਲਦਾ ਰਿਹਾ। ਤੇ ਜਿਹੜਾ ਆਪਰੇਸ਼ਨ ਬਲੂ ਸਟਾਰ ਸੀਗਾ, ਉਹ ਇਸ ਦੀ ਸਿਖਰ ਸੀਗੀ। ਤੇ ਜਿੱਥੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ, ਤਾਂ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਇਕੱਤਰ ਹੋਏ ਸਨ, ਉਹਨਾਂ ਦਾ ਕੋਈ ਦੋਸ਼ ਵੀ ਨਹੀਂ ਸੀ, ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ। ਤਾਂ ਲਾਸ਼ਾਂ ਜਿਹੜੀਆਂ ਜਿਸ ਤਰ੍ਹਾਂ ਉੱਥੇ ਪਈਆਂ ਸੀ, ਜਾਂ ਜਿਸ ਤਰ੍ਹਾਂ ਸਰੋਵਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਤਰਦੀਆਂ ਫਿਰਦੀਆਂ ਸੀ, ਸੋ ਉਸ ਨੇ ਸਾਡੇ ਵਰਗਿਆਂ ਨੂੰ ਵੀ ਇੰਨਾ ਬੇਚੈਨ ਕੀਤਾ ਕਿ ਸਾਨੂੰ ਕਈ ਰਾਤਾਂ ਤੱਕ ਨੀਂਦ ਨਾ ਆਈ ਇਹ ਦੁਖਾਂਤ ਨੂੰ ਵੇਖਦੇ ਹਾਂ। ਸੋ ਇਸ ਦੌਰ ਦੇ ਵਿੱਚ ਭਾਵੇਂ ਸਰਕਾਰਾਂ ਦਾ ਕਸੂਰ ਸੀ, ਭਾਵੇਂ ਜਥੇਬੰਦੀਆਂ ਦਾ ਕਸੂਰ ਸੀ, ਤਾਂ ਬਹੁਤ ਲੋਕ ਮਾਰੇ ਗਏ। ਸੋ ਇਸ ਦਾ ਵੀ ਕੋਈ ਜਿਹੜਾ ਹੈ ਵੇਰਵਾ ਸਾਡੇ ਕੋਲ ਨਹੀਂ। ਬੱਸਾਂ 'ਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਗਿਆ, ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਗਿਆ, ਤੇ ਪਹਿਰਾਵੇ ਦੇ ਆਧਾਰ ਤੇ ਲੋਕਾਂ ਨੂੰ ਮਾਰਿਆ ਗਿਆ, ਕਿ ਇੱਥੋਂ ਤੱਕ ਕਿ ਦੁਕਾਨਾਂ ਤੇ ਬੈਠੇ ਆਮ ਜਨ ਸਧਾਰਨ ਲੋਕਾਂ ਨੂੰ ਮਾਰਿਆ ਗਿਆ। ਸੋ ਉਸ ਵਕਤ ਦੀਆਂ ਜਿਹੜੀਆਂ ਅਖਬਾਰਾਂ ਸਨ, ਉਹਨਾਂ ਨੇ ਬੜਾ ਹੀ ਘਿਨਾਉਣਾ ਰੋਲ ਅਦਾ ਕੀਤਾ। ਉਹਨਾਂ ਨੇ ਫਿਰਕਾ ਪ੍ਰਸਤੀ ਦਾ ਜ਼ਹਿਰ ਫੈਲਾਇਆ, ਤੇ ਇਨਸਾਨੀਅਤ ਉਦੋਂ ਵੀ ਮਰ ਚੁੱਕੀ ਸੀ। ਸੋ ਇਹ ਜਿਹੜਾ ਸੀ ਦੁਖਾਂਤ ਦੋਸਤੋ, ਇਹ 1992-93 ਤੱਕ ਚੱਲਦਾ ਰਿਹਾ। ਤਾਂ ਉਹ ਤੋਂ ਬਾਅਦ ਫਿਰ ਭਾਵੇਂ ਠੀਕ ਹੋ ਗਿਆ, ਲੇਕਿਨ ਇਸ ਦੇ ਵਿੱਚ ਵੀ ਜਿਹੜੇ ਹਜ਼ਾਰਾਂ ਲੋਕ ਮਾਰੇ ਗਏ। ਸੋ ਜਦੋਂ ਪਹਿਲਾ ਹਫ਼ਤਾ ਆਉਂਦਾ ਹੈ ਜੂਨ ਦਾ, ਤਾਂ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ, ਉਸ ਸਮੇਂ ਨੂੰ ਯਾਦ ਕਰਦੇ ਹਾਂ। ਉਹ ਸਮਾਂ
ਜਿਸ ਨੇ ਸਾਡੇ ਵਰਗਿਆਂ ਦਾ ਜਿਹੜਾ ਕੈਰੀਅਰ ਸੀ ਉਹ ਰੋਲ ਕੇ ਰੱਖ ਦਿੱਤਾ। ਜਾਂ ਸਾਡੇ, ਕਿਉਂਕਿ ਵਿੱਦਿਅਕ ਅਦਾਰੇ ਤਾਂ ਬੰਦ ਹੀ ਰਹਿੰਦੇ ਸੀ, ਯੂਨੀਵਰਸਿਟੀਆਂ ਬੰਦ ਰਹਿੰਦੀਆਂ ਸੀ, ਕਾਲਜ ਬੰਦ ਰਹਿੰਦੇ ਸੀ, ਐਗਜ਼ਾਮ ਨੇ ਜਿਹੜੇ ਉਹ ਮੁਲਤਵੀ ਹੁੰਦੇ ਰਹਿੰਦੇ ਸੀ, ਇਮਤਿਹਾਨ। ਤੁਸੀਂ ਉੱਥੇ ਜਾਓ ਤਾਂ ਪਤਾ ਲੱਗਦਾ ਸੀ ਕਿ ਕਰਫਿਊ ਲੱਗ ਗਿਆ ਤੇ ਜਿਹੜਾ ਤੁਹਾਡਾ ਪਰਚਾ ਹੋਣਾ ਸੀ ਉਹ ਤਾਂ ਮੁਲਤਵੀ ਹੋ ਗਿਆ, ਤੋਂ ਅੱਗੇ ਪਾ ਦਿੱਤਾ ਗਿਆ। ਸੋ ਇਸ ਤਰ੍ਹਾਂ ਜਿਹੜੀ ਮੈਂਟਲੀ ਫਰਸਟ੍ਰੇਸ਼ਨ ਸੀਗੀ ਉਹ ਬਹੁਤ ਜ਼ਿਆਦਾ ਸੀ, ਤੇ ਰਾਤ ਨੂੰ ਤੁਸੀਂ ਆਰਾਮ ਨਾਲ ਸੌਂ ਨਹੀਂ ਸੀ ਸਕਦੇ। ਸੋ ਇਹ ਦੁਖਾਂਤ ਅਸੀਂ ਸਾਰੇ ਆਪਣੇ ਪਿੰਡਿਆਂ ਤੇ ਹੰਢਾਇਆ ਹੈ। ਸੋ ਮੈਨੂੰ ਦਰਬਾਰ ਸਾਹਿਬ 84 ਦੇ ਵਿੱਚ ਜਦੋਂ ਹਮਲਾ ਹੋਇਆ ਹੈ, ਉਸ ਤੋਂ 2 ਮਹੀਨੇ ਪਹਿਲਾਂ ਮੈਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਮੌਕਾ ਮਿਲਿਆ। ਤੇ ਅੰਦਰ ਕੀ ਸਿਚੁਏਸ਼ਨ ਸੀਗੀ ਤਾਂ ਮੈਂ ਉਹ ਆਪਣੀ ਇੱਕ ਕਿਤਾਬ ਦੇ ਵਿੱਚ ਵੀ ਵਰਣਨ ਕੀਤਾ ਹੈ। ਤੇ ਜਿਸ ਦਿਨ ਹਮਲਾ ਹੋਇਆ ਤਾਂ ਉਸ ਦਿਨ ਕਿਵੇਂ ਕਰਫਿਊ ਲੱਗਿਆ, ਕਿਵੇਂ ਅਸੀਂ ਘਰੋਂ ਬਾਹਰ ਸੀ, ਤੇ ਕਿਵੇਂ ਮਿਲਟਰੀ ਨੇ ਸਾਨੂੰ ਚੱਕ ਕੇ ਮਤਲਬ ਜਿਵੇਂ ਉੱਥੋਂ ਕੱਢਿਆ, ਤੇ ਇਹ ਬੜੀਆਂ ਲੰਮੀਆਂ ਕਹਾਣੀਆਂ ਨੇ। ਤੇ ਕਿਵੇਂ ਲਾਸ਼ਾਂ ਦੇ ਢੇਰ ਤੇ ਤੁਰੇ ਫਿਰਦੇ ਸੀ ਲੋਕ, ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਬੰਬ ਬਲਾਸਟ ਹੋ ਜਾਣਾ ਹੈ। ਭਾਵੇਂ ਦੋਸਤੋ ਉਹ ਕਿਸੇ ਵੀ ਧਰਮ ਦੇ ਲੋਕ ਸੀ, ਭਾਵੇਂ ਦੋਸਤੋ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਪਰ ਉਹਦੇ ਵਿੱਚ ਮਾਰੇ ਗਏ। ਇਹ ਭਾਵੇਂ ਸਰਕਾਰਾਂ ਦਾ ਕਸੂਰ ਸੀ, ਗਲਤ ਨੀਤੀਆਂ ਦਾ ਕਸੂਰ ਸੀ, ਵੋਟਾਂ ਦੀ ਰਾਜਨੀਤੀ ਸੀ, ਜਾਂ ਕੁਝ ਵੀ ਸੀ। ਤੇ ਇਹ ਬਹੁਤ ਹੀ ਜਿਹੜਾ ਹੈ ਮਾੜਾ ਸਮਾਂ ਸੀ। ਤੋਂ ਅਸੀਂ ਉਸ ਸਮੇਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ ਜਿਹੜੇ ਨਹੀਂ ਰਹੇ, ਮਾਰੇ ਗਏ, ਪਰਿਵਾਰ ਉੱਜੜ ਗਏ। ਤੇ ਖਾਸ ਤੌਰ ਤੇ ਜਿਹੜਾ ਸਾਕਾ ਨੀਲਾ ਤਾਰਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ। ਤੋਂ ਇਸ ਤਰ੍ਹਾਂ ਜਿਹੜਾ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਪੂਰੀ ਦੁਨੀਆ ਦੇ ਵਿੱਚ, ਤੇ ਉਹਨਾਂ ਦੇ ਵਿੱਚ ਬੜੇ ਲੋਕ ਫਿਰ ਮਾਰੇ ਗਏ, ਤੇ ਉਹ ਵੀ ਨਹੀਂ ਹੋਣੇ ਚਾਹੀਦੇ ਸੀ। ਸੋ ਸਾਡੀ ਉਹਨਾਂ ਸਾਰੇ ਲੋਕਾਂ ਨੂੰ ਜਿਹੜੀ ਹੈ ਅੱਜ ਦੀ ਸ਼ਰਧਾਂਜਲੀ ਹੈ। ਇਸ ਪ੍ਰੋਗਰਾਮ ਸਾਡਾ ਇਹ ਉਹਨਾਂ ਲੋਕਾਂ ਨੂੰ ਵੀ ਸਮਰਪਿਤ ਹੈ। ਸੋ ਦੋਸਤੋ ਫਿਰ ਪ੍ਰੋਗਰਾਮ ਨੂੰ ਲੈ ਕੇ ਅੱਗੇ ਚੱਲਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਵੀ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰਨੀਆਂ ਨੇ। ਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯਾਦ ਕਰਦੇ ਹਾਂ ਪ੍ਰੋਫੈਸਰ ਹਮਦਰਦ ਨਸ਼ਹਿਰਵੀ ਜੀ ਨੂੰ। ਸੋ 2 ਜੂਨ 2020 ਵਿੱਚ ਪ੍ਰੋਫੈਸਰ ਨਸ਼ਹਿਰਵੀ ਸਾਹਿਬ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਏ ਸਨ। ਸੋ ਮੈਂ ਨਸ਼ਹਿਰਵੀ ਸਾਹਿਬ ਦਾ ਵਿਦਿਆਰਥੀ ਹਾਂ। ਸੋ ਕਾਲਜ ਦੇ ਵਿੱਚੋਂ ਮੈਨੂੰ ਪੜ੍ਹਾਉਂਦੇ ਸੀ। ਮੈਂ ਇਕੱਲਾ ਵਿਦਿਆਰਥੀ ਹੀ ਨਹੀਂ, ਉਹਨਾਂ ਨੇ ਮੈਨੂੰ ਲਿਖਣ ਲਈ ਪ੍ਰੇਰਿਆ। ਉਹਨਾਂ ਨੇ ਹੀ ਮੇਰੀ ਪਹਿਲੀ ਕਹਾਣੀ ਹੈ ਜਿਹੜੀ ਉਹ ਪੰਜਾਬ ਪੱਤਰਕਾਰਾਂ ਦੇ ਮੈਗਜ਼ੀਨ ਦੇ ਵਿੱਚ ਛਪਾਈ। ਉਹੀ ਮੈਨੂੰ ਸਭ ਤੋਂ ਪਹਿਲੀ ਵਾਰ ਮੀਟਿੰਗਾਂ 'ਚ ਲੈ ਕੇ ਗਏ। ਮੈਂ ਜਦੋਂ ਵੀ ਕੈਨੇਡਾ ਤੋਂ ਭਾਰਤ ਜਾਂਦਾ ਤਾਂ ਪ੍ਰੋਫੈਸਰ ਨਸ਼ਹਿਰਵੀ ਸਾਹਿਬ ਨੂੰ ਕਵਿਤਾ ਭਵਨ ਦੇ ਵਿੱਚ ਜ਼ਰੂਰ ਮਿਲਣ ਜਾਂਦਾ। ਮੇਰੀ ਕੋਈ ਕਿਤਾਬ ਆਉਂਦੀ ਤਾਂ ਮੈਂ ਉਹਨਾਂ ਨੂੰ ਭੇਂਟ ਕਰਨ ਜਾਂਦਾ, ਤੇ ਉਹ ਬੜੀਆਂ ਗੱਲਾਂ ਮਾਰਦੇ, ਬੜਾ ਮਜ਼ਾਕੀਆ ਸੁਭਾਅ ਸੀ, ਤੇ ਬੜੇ ਜਿੰਦਾ ਦਿਲ ਇਨਸਾਨ ਸਨ, ਤੇ ਉਹ ਇੱਕ ਯੂਨੀਵਰਸਿਟੀ ਵਾਂਗੂ ਸਨ। ਤੇ ਜੇ ਤੁਸੀਂ ਸਾਡੇ ਸਮਰਾਲੇ ਦੇ ਆਲੇ ਦੁਆਲੇ ਦੇ ਪਿੰਡ ਇਲਾਕਾ ਵੇਖੋ ਤਾਂ ਜਿੰਨੇ ਵੀ ਲੋਕ ਸਾਹਿਤ ਨਾਲ ਜੁੜੇ ਹੋਏ ਹਨ, ਜਾਂ ਜਿੰਨੇ ਵੀ ਲੋਕ ਪ੍ਰਗਤੀਵਾਦੀ ਵਿਚਾਰਾਂ ਨਾਲ ਜੁੜੇ ਹੋਏ ਹਨ, ਤਾਂ ਜ਼ਰੂਰ ਪ੍ਰੋਫੈਸਰ ਹਮਦਰਦ ਨਸ਼ਹਿਰਵੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਪ੍ਰੋਫੈਸਰ ਸਾਹਿਬ ਨੇ ਕਵਿਤਾਵਾਂ ਵੀ ਲਿਖੀਆਂ, ਉਹਨਾਂ ਨੇ ਪ੍ਰੋਜ਼ ਵੀ ਲਿਖੀ, ਉਹਨਾਂ ਨੇ ਕਹਾਣੀਆਂ ਵੀ ਲਿਖੀਆਂ। ਉਹ ਸਾਹਿਤ ਦੀ ਹਰ ਵਿਧਾ ਤੇ ਹੱਥ ਅਜਮਾਉਂਦੇ ਸਨ, ਤੇ ਉਹ ਸਮਰਾਲੇ ਦੇ ਵਿੱਚ ਪੰਜਾਬੀ ਸਾਹਿਤ ਦਾ ਥੰਮ ਸਨ। ਤੋਂ ਇੱਕ ਅਦਾਰਾ ਸਨ ਪੂਰੇ ਦਾ ਪੂਰਾ। ਤੋਂ ਪਿਛਲੇ ਸਾਲ ਤੇ ਜਦੋਂ ਉਹ ਵਿਛੜ ਗਏ, ਮਨ ਨੂੰ ਗਹਿਰਾ ਸਦਮਾ ਲੱਗਿਆ, ਤੇ ਉਹਨਾਂ ਨੂੰ ਗਿਆ ਨੂੰ 1 ਸਾਲ ਹੋ ਗਿਆ। ਤੋਂ ਮੈਂ ਸਮਝਦਾ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਸਾਹਿਤ ਹੈ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤਾਂ ਉਹ ਕੋਈ ਸਾਨੂੰ ਇਸ ਤਰ੍ਹਾਂ ਦੀ ਕੋਈ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਆਪਣੇ ਲੇਖਕਾਂ ਨੂੰ ਤੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਈਏ। ਸੋ ਦੋਸਤੋ, ਕੋਵਿਡ ਦਾ ਪ੍ਰਕੋਪ ਭਾਵੇਂ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਪਰ ਹੌਲੀ ਹੌਲੀ ਇਹਦਾ ਜਿਹੜਾ ਗ੍ਰਾਫ ਹੈ ਹੁਣ ਥੱਲੇ ਨੂੰ ਆ ਰਿਹਾ ਹੈ। ਭਾਰਤ ਦੇ ਵਿੱਚ ਵੀ ਮੌਤਾਂ ਦੀ ਤੇ ਜਿਹੜੇ ਪੋਜ਼ੀਟਿਵ ਲੋਕ ਨੇ ਉਹਨਾਂ ਦੀ ਗਿਣਤੀ ਘਟਣ ਲੱਗੀ ਹੈ। ਸੋ ਓਨਟਾਰੀਓ ਦੇ ਵਿੱਚ ਜਿੱਥੋਂ ਮੈਂ ਪ੍ਰੋਗਰਾਮ ਪੇਸ਼ ਕਰ ਰਿਹਾ ਹਾਂ, ਤੇ ਇੱਥੇ ਕਾਫੀ ਗਿਰਾਵਟ ਆਈ ਹੈ। ਇਹ ਬੜੀ ਚੰਗੀ ਗੱਲ ਹੈ। ਸੋ ਅਜਿਹਾ ਤਾਂ ਹੀ ਹੋਇਆ ਹੈ ਕਿ ਵੈਕਸੀਨ ਹੈ ਜਿਹੜੀ ਉਹ ਵੱਡੇ ਪੱਧਰ ਤੇ ਲਗਾਈ ਗਈ ਹੈ। ਤੋਂ ਵੈਕਸੀਨ ਲਗਾਉਣ ਨਾਲ ਤੋਂ ਜਿਹੜੇ ਹੁਣ ਇਹ ਕੇਸ ਨੇ ਉਹ ਦਿਨ ਬ ਦਿਨ ਥੱਲੇ ਆ ਰਹੇ ਨੇ, ਤੇ ਜਿਉਂ-ਜਿਉਂ ਕੇਸ ਥੱਲੇ ਆਉਣਗੇ ਤਾਂ ਇਹ ਜਿਹੜਾ ਹੈਗਾ ਇਕੋਨਮੀ, ਆਰਥਿਕਤਾ, ਜਾਂ ਜਿਹੜਾ ਹੋਰ ਜਿੱਦਾਂ ਬੱਚਿਆਂ ਦੀਆਂ ਗੇਮਾਂ, ਸਕੂਲ, ਇਹ ਸਾਰਾ ਕੁਝ ਖੋਲ੍ਹ ਦਿੱਤਾ ਜਾਵੇਗਾ। ਲੇਕਿਨ ਅਜੇ ਵੀ ਜਿਹੜੀ ਗੌਰਮੈਂਟ ਹੈ ਉਹ ਅੰਦਰੋਂ ਥੋੜ੍ਹਾ ਡਰੀ ਹੋਈ ਹੈ ਕਿ ਜੇ ਅਸੀਂ ਚੀਜ਼ਾਂ ਖੋਲ੍ਹ ਦਿੱਤੀਆਂ, ਕਿਉਂਕਿ ਜਿਹੜੀ ਸੈਕੰਡ ਡੋਜ਼ ਹੈ ਉਹ ਨਹੀਂ ਲੱਗੀ, ਕਿਤੇ ਜਿਹੜਾ ਹੈਗਾ ਇਹ ਫੇਰ ਨਾ ਹਮਲਾ ਕਰ ਦੇਵੇ ਸਾਡੀ ਜਿਹੜੀ ਇੱਥੋਂ ਸਾਡਾ ਜਿਹੜਾ ਕੈਨੇਡੀਅਨ ਸਮਾਜ ਹੈ, ਜਾਂ ਸਾਡੇ ਜਿਹੜੇ ਸੂਬੇ ਦੇ ਲੋਕ ਨੇ। ਸੋ ਲੋਕਾਂ ਨੂੰ ਆਸ ਸੀ ਕਿ ਪ੍ਰੀਮੀਅਰ ਸਾਹਿਬ ਡੱਗ ਫੋਰਡ ਸਾਹਿਬ ਤੇ ਕਾਫੀ ਖੁੱਲ੍ਹਾਂ ਦੇ ਦੇਣਗੇ
ਤੇ ਸਕੂਲ ਖੁੱਲ੍ਹ ਜਾਣਗੇ, ਕਿਉਂਕਿ ਬੱਚਿਆਂ ਦਾ ਘਰ ਹੋਣਾ ਇਸ ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ। ਕਿਉਂਕਿ ਇੱਥੇ ਪੇਰੈਂਟਸ ਨੇ ਜਿਹੜੇ ਸਾਰੇ ਉਹ ਕੰਮ ਕਰਦੇ ਨੇ, ਤੇ ਜਿਹੜੇ ਛੋਟੇ ਬੱਚੇ ਨੇ ਜਦੋਂ ਸਕੂਲ ਹੁੰਦੇ ਨੇ ਤਾਂ ਉਹਨਾਂ ਦਾ ਕੋਈ ਫਿਕਰ ਨਹੀਂ ਹੁੰਦਾ। ਲੇਕਿਨ ਜਦੋਂ ਉਹ ਘਰ ਨੇ, ਫਿਰ ਜਿਹੜੇ ਮਾਪੇ ਨੇ ਉਹ ਬੱਚਿਆਂ ਨੂੰ ਇਕੱਲੇ ਘਰ ਛੱਡ ਕੇ ਨਹੀਂ ਜਾ ਸਕਦੇ। ਸੋ ਉਹ ਸੋਚਦੇ ਸੀ ਕਿ ਜਿਹੜਾ ਸਕੂਲ ਨੇ ਉਹ ਖੁੱਲ੍ਹ ਜਾਣਗੇ। ਲੇਕਿਨ ਡਗ ਫੋਰਡ ਸਾਹਿਬ ਨੇ ਤੇ ਜਿਹੜਾ ਸਟੀਵਨ ਲੀਚੇ ਹੈ ਉਹਨਾਂ ਨੇ ਇਹ ਐਲਾਨ ਕੀਤਾ, ਪ੍ਰੈਸ ਕਾਨਫਰੰਸ ਕੀਤੀ ਕਿ ਜਿਹੜੇ ਬੱਚਿਆਂ ਦੇ ਸਕੂਲ ਨੇ ਇਹ ਸਤੰਬਰ ਤੱਕ ਅਜੇ ਨਹੀਂ ਖੋਲ੍ਹੇ ਜਾ ਸਕਦੇ, ਕਿਉਂਕਿ ਅਜੇ ਜਿਹੜਾ ਖਤਰਾ ਹੈ ਉਸੇ ਤਰ੍ਹਾਂ ਬਣਿਆ ਹੋਇਆ ਹੈ। ਅਗਸਤ ਤੱਕ ਮੋਸਟਲੀ ਲੋਕਾਂ ਨੂੰ ਜਿਹੜੀ ਸੈਕੰਡ ਡੋਜ਼ ਆ ਉਹ ਲੱਗ ਜਾਏਗੀ, ਤੇ ਫਿਰ ਨੇ ਜਿਹੜੇ ਸਕੂਲ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਗਾ ਸਤੰਬਰ 4-5 ਤੋਂ ਹੁੰਦਾ ਹੈ, ਤੇ ਉਸ ਵਕਤ ਜਿਹੜੇ ਸਕੂਲ ਨੇ ਉਹ ਬਕਾਇਦਗੀ ਨਾਲ ਖੋਲ੍ਹ ਦਿੱਤੇ ਜਾਣਗੇ। ਤੇ ਉਦੋਂ ਤੱਕ ਮੋਸਟਲੀ ਕੈਨੇਡੀਅਨਾਂ ਨੂੰ ਜਿਹੜੀ ਦੂਸਰੀ ਡੋਜ਼ ਆ ਉਹ ਮਿਲ ਚੁੱਕੀ ਹੋਵੇਗੀ। ਸੋ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਕੈਂਪਿੰਗ ਜਾਂ ਆਊਟਡੋਰ ਐਕਟੀਵਿਟੀਜ਼ ਨੇ ਉਹ ਜਲਦੀ ਖੋਲ੍ਹ ਦਿੱਤੀਆਂ ਜਾਣਗੀਆਂ। ਸੋ ਇਹ ਵੀ ਪਤਾ ਲੱਗਿਆ ਹੈ ਕਿ ਬੜੀ ਜਲਦੀ, ਸ਼ਾਇਦ ਅੱਜ ਕੱਲ੍ਹ 'ਚ ਹੀ ਜਿਹੜਾ ਅੰਟਾਰੀਓ ਹੈ ਉਹ ਜਿਹੜਾ ਫਸਟ ਸਟੈਪ ਹੈ, ਮੁੱਢਲਾ ਪੜਾਅ ਹੈ ਜਿਹੜਾ, ਉਹਦੇ ਵਿੱਚ ਦਾਖਲ ਹੋ ਜਾਵੇਗਾ। ਤਾਂ ਉਹਦੇ ਵਿੱਚ ਦਾਖਲ ਹੋਣ ਨਾਲ ਇੱਕ ਤਾਂ ਜਿਹੜਾ ਪਹਿਲਾਂ ਹੀ ਸਾਨੂੰ ਘਰ ਰਹਿਣ ਲਈ ਮਜਬੂਰ ਕੀਤਾ ਗਿਆ ਸੀ, ਸਟੇ ਐਟ ਹੋਮ, ਉਹ ਤਾਂ ਆਲਰੇਡੀ ਹਟ ਚੁੱਕਿਆ, ਉਹ ਆਰਡਰ ਤਾਂ ਵਾਪਸ ਲੈ ਲਿਆ ਹੁਣ। ਲੇਕਿਨ ਜਦੋਂ ਅਸੀਂ ਪਹਿਲੇ ਪੜਾਅ ਵਿੱਚ ਦਾਖਲ ਹੋਵਾਂਗੇ ਤਾਂ ਇਹਦੇ ਵਿੱਚ ਹੈਗਾ ਕਿ ਲਿਮਟਿਡ ਬੰਦੇ ਨੇ ਜਿਹੜੇ ਉਹ ਰੈਸਟੋਰੈਂਟਾਂ ਦੇ ਵਿੱਚ ਜਾ ਸਕਣਗੇ। ਤਾਂ ਲਿਮਟਿਡ ਬੰਦੇ ਨੇ ਜਿਹੜੇ ਉਹ ਪੈਟੀਓ 'ਤੇ ਬੈਠ ਕੇ ਫੂਡ ਖਾਣਾ ਜਿਹੜਾ ਇੰਜੋਏ ਕਰ ਸਕਣਗੇ। ਥੋੜ੍ਹੇ ਬੰਦੇ ਨੇ ਜਿਹੜੇ ਉਹ ਘਰਾਂ ਤੋਂ ਬਾਹਰ ਇਕੱਠੇ ਹੋ ਸਕਣਗੇ। ਤੇ ਇਹਦੇ ਨਾਲ ਜਿਹੜਾ ਇੱਕ ਥੋੜ੍ਹਾ ਜਿਹਾ ਤੁਹਾਨੂੰ ਸਾਹ ਸੁੱਖ ਦਾ ਉਹ ਆਵੇਗਾ, ਕਿਉਂਕਿ ਜਿਹੜਾ ਸਮਾਜਿਕ ਜੀਵਨ ਹੈ ਬਹੁਤ ਹੀ ਜ਼ਰੂਰੀ ਹੈ। ਜਦੋਂ ਤੁਸੀਂ ਘਰਾਂ 'ਚ ਬੰਦ ਹੋ ਜਾਂਦੇ ਹੋ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਤਾਂ ਤੁਸੀਂ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਜਾਂਦੇ ਹੋ। ਤੇ ਕਿਉਂਕਿ ਤੁਹਾਡੀ ਆਊਟਿੰਗ ਨਹੀਂ ਹੁੰਦੀ, ਤੇ ਤੁਸੀਂ ਕਿਤੇ ਘੁੰਮਣ ਫਿਰ ਨਹੀਂ ਜਾ ਸਕਦੇ, ਤੇ ਸਾਰੀਆਂ ਜਿਹੜੀਆਂ ਵਕੇਸ਼ਨਾਂ ਨੇ ਉਹ ਵੀ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਹੀ ਮਨਾਉਣੀਆਂ ਪੈਂਦੀਆਂ ਨੇ। ਤੇ ਇਸ ਦੇ ਨਾਲ ਜਿਹੜੇ ਫਿਰ ਮਾਨਸਿਕ ਰੋਗ ਨੇ, ਘਰਾਂ ਦੇ ਅੰਦਰ ਲੜਾਈਆਂ ਨੇ, ਕਲੇਸ਼ ਨੇ, ਤਾਂ ਇਹ ਵੀ ਵੱਧਦੇ ਨੇ। ਸੋ ਇਸ ਕਰਕੇ ਸਰਕਾਰ ਹੌਲੀ ਹੌਲੀ ਜਿਹੜੀ ਇਹਨਾਂ ਚੀਜ਼ਾਂ ਨੂੰ ਖੋਲ੍ਹ ਰਹੀ ਹੈ। ਸੋ ਇੱਕ ਗੱਲ ਆਪਾਂ ਹੋਰ ਸਾਂਝੀ ਕਰ ਲਈਏ। ਸੋ ਦੋਸਤੋ, ਜਿਹੜੇ ਕੈਨੇਡੀਅਨ ਲੋਕ ਨੇ ਇਹਨਾਂ ਸਪੋਰਟਸ ਨਾਲ ਬੜੇ ਜੁੜੇ ਹੋਏ ਨੇ। ਇਹਨਾਂ ਦੇ ਜਿਹੜੇ ਮਨੋਰੰਜਨ ਦਾ ਮੁੱਖ ਸਾਧਨ ਹੈ, ਮੈਂ ਜਦੋਂ ਦਾ ਕੈਨੇਡਾ 'ਚ ਆਇਆ, ਉਹ ਗੇਮਸ ਹੀ ਨੇ। ਤੁਸੀਂ ਕਿਸੇ ਵੀ ਘਰ ਚਲੇ ਜਾਓ ਸ਼ਾਮ ਨੂੰ, ਤੇ ਤੁਸੀਂ ਦੇਖੋਗੇ ਕਿ ਕਿਸੇ ਦੇ ਘਰ ਹਾਕੀ ਲੱਗੀ ਹੋਈ ਹੈ, ਕਿਸੇ ਦੇ ਘਰ ਬਾਸਕਟਬਾਲ ਲੱਗੀ ਹੋਈ ਹੈ, ਕਿਸੇ ਦੇ ਘਰ ਬੇਸਬਾਲ ਦੀ ਗੇਮ ਚੱਲਦੀ ਹੈ। ਤੁਸੀਂ ਕਿਸੇ ਨੂੰ ਵੀ ਪੁੱਛ ਲਓ ਤੇ ਤਕਰੀਬਨ ਜਿਹੜੇ ਸਕੋਰ ਨੇ ਉਹ ਹਰ ਬੰਦਾ ਜਾਣਦਾ ਹੁੰਦਾ। ਤੁਸੀਂ ਟੈਕਸੀ 'ਚ ਬੈਠਣਾ ਹੈ ਤਾਂ ਟੈਕਸੀ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਟੀਮ ਦੇ ਕੀ ਸਕੋਰ ਨੇ, ਕਿਹੜੀ ਟੀਮ ਜਿੱਤ ਰਹੀ ਹੈ, ਕਿਹੜੀ ਹਾਰ ਰਹੀ ਹੈ। ਤੇ ਜੇ ਟੈਕਸੀ ਵਾਲਾ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ, ਤਾਂ ਜਿਹੜਾ ਉਹ ਕਸਟਮਰ ਹੈ ਤੇ ਜਿਹੜਾ ਉਹਦੀ ਗੱਡੀ 'ਚ ਬੈਠਾ, ਤਾਂ ਉਹ ਇਸ ਗੱਲ ਦਾ ਬੁਰਾ ਮਨਾਉਂਦਾ ਹੈ ਕਿ ਇਸ ਨੂੰ ਇੰਨਾ ਵੀ ਨਹੀਂ ਪਤਾ। ਸੋ ਦੋਸਤੋ, ਪਿਛਲੇ ਦਿਨ ਹੀ ਜਿਹੜੀ ਹੈਗੀ ਆ ਮੇਪਲ ਲੀਫ ਦੀ ਟੀਮ, ਉਹ ਮੌਂਟਰੀਅਲ ਤੋਂ ਹਾਰ ਗਈ। ਪਲੇ ਆਫ ਗੇਮ ਦੀ ਜਿਹੜੀ ਪਹਿਲੀ ਸੀਰੀਜ਼ ਸੀ ਉਸ ਦੇ ਵਿੱਚੋਂ ਬਾਹਰ ਨਿਕਲ ਗਈ ਸੀ। ਇਸਦਾ ਜਿਹੜਾ ਹੈਗਾ ਕੈਨੇਡੀਅਨਾਂ ਨੂੰ ਕਾਫੀ ਸਦਮਾ ਲੱਗਿਆ, ਕਿਉਂਕਿ ਕੈਨੇਡਾ ਨੂੰ ਆਸ ਸੀ ਕਿ ਜਿਹੜਾ ਹੈਗਾ ਇਸ ਵਾਰੀ ਸ਼ਾਇਦ ਅਸੀਂ ਕਿਸੇ ਪੋਜੀਸ਼ਨ ਤੇ ਪਹੁੰਚ ਜਾਈਏ। ਸੋ ਇਸੇ ਤਰ੍ਹਾਂ ਰੈਫਟਰ ਵੀ ਪਹਿਲਾਂ ਨਿਕਲ ਚੁੱਕੀ ਹੈ। ਸੋ ਹੁਣ ਸਿਰਫ ਜਿਹੜੀ ਹੈਗੀ ਆ ਉਹ ਬੇਸਬਾਲ ਜਿਹੜੀ ਹੈਗੀ ਹੈ ਉਹੀ ਦੇਖਣ ਨੂੰ ਮਿਲੇਗੀ ਲੋਕਾਂ ਨੂੰ। ਇਸ ਕਰਕੇ ਜਿਹੜਾ ਹੈਗਾ ਪਿਛਲੇ ਜਿਹੜਾ ਹਫਤਾ ਰਿਹਾ, ਤਾਂ ਇਹਦੇ ਵਿੱਚ ਜਿਹੜੇ ਕੈਨੇਡੀਅਨ ਲੋਕ ਸੀਗੇ, ਤਾਂ ਉਹਨਾਂ ਨੇ ਇਸ ਜਿਹੜੀ ਗੇਮ ਦੇ ਹਾਰ ਜਾਣ ਤੇ ਕਾਫੀ ਦੁੱਖ ਮਨਾਇਆ। ਉਹਦਾ ਕਾਰਨ ਇੱਕ ਇਹ ਵੀ ਸੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਲੋਕ ਘਰਾਂ 'ਚ ਬੰਦ ਨੇ, ਮਨੋਰੰਜਨ ਦਾ ਸਾਧਨ ਨਹੀਂ, ਸਟੇਡੀਅਮ ਸਾਰੇ ਖਾਲੀ ਪਏ ਨੇ, ਤੇ ਤੁਸੀਂ ਗੇਮ ਦੇਖਣ ਵੀ ਕਿਤੇ ਨਹੀਂ ਜਾ ਸਕਦੇ, ਹੋਰ ਵੀ ਸਾਧਨ ਕੋਈ ਨਹੀਂ। ਸੋ ਜਿਹੜੀਆਂ ਗੇਮਾਂ ਨੇ ਇਹ ਤੁਹਾਡੇ ਮਨੋਰੰਜਨ ਦਾ ਵਧੀਆ ਇੱਕ ਸਾਧਨ ਹੁੰਦੀਆਂ ਨੇ। ਸੋ ਜਦੋਂ ਤੁਹਾਡੀ ਟੀਮ ਹਾਰਦੀ ਹੈ ਤਾਂ ਫਿਰ ਤੁਹਾਨੂੰ ਦੁੱਖ ਤਾਂ ਹੁੰਦਾ ਹੀ ਹੈ ਕਿ ਉਸ ਵਿੱਚੋਂ ਕਿਉਂ ਨਿਕਲ ਗਈ। ਸੋ ਦੋਸਤੋ, ਇਸ ਦੇ ਨਾਲ ਨਾਲ ਆਪਾਂ ਜਿਹੜੀਆਂ ਕੁਝ ਖਬਰਾਂ ਨੇ ਉਹ ਹੋਰ ਸਾਂਝੀਆਂ ਕਰਾਂਗੇ। ਤਾਂ ਦੁਨੀਆ ਦੇ ਵਿੱਚ ਕਾਫੀ ਕੁਝ ਵਾਪਰਦਾ ਰਹਿੰਦਾ ਹੈ। ਸੋ ਪਿਛਲੇ ਮੰਗਲਵਾਰ ਇੱਕ ਉਲਕਾ ਪਿੰਡ ਸਾਡੀ ਧਰਤੀ ਦੇ ਕਾਫੀ ਨੇੜਿਓਂ ਲੰਘਿਆ। ਕਾਫੀ ਨੇੜਿਓਂ ਦਾ ਮਤਲਬ ਇਹ ਹੈਗਾ ਕਿ 4.5 ਮਿਲੀਅਨ ਮੀਲ ਇਹ ਭਾਵੇਂ ਸਾਡੇ ਤੋਂ ਦੂਰ ਸੀ, ਲੇਕਿਨ ਜਦੋਂ ਆਪਾਂ ਬ੍ਰਹਿਮੰਡ ਦੀਆਂ ਗੱਲਾਂ ਕਰਦੇ ਹਾਂ ਤਾਂ ਇੰਨੀ ਦੂਰੀ ਹੈ ਜਿਹੜੀ ਕੋਈ ਬਹੁਤੀ ਵੱਡੀ ਨਹੀਂ ਸਮਝੀ ਜਾਂਦੀ। ਤੋ ਇਸ ਦਾ ਨਾਂ ਜਿਹੜਾ ਸੀਗਾ KT-1 ਸੀ, 2021 KT-1 ਸੇ। ਇਹ ਜਿਹੜਾ ਹੈਗਾ ਇਹ ਜਦੋਂ ਲੰਘਿਆ, ਕਿਉਂਕਿ ਵਿਗਿਆਨੀਆਂ ਨੂੰ ਜਾਂ ਨਾਸਾ ਨੂੰ ਜਾਂ ਹੋਰ ਜਿਹੜੀਆਂ ਵਿਗਿਆਨ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ, ਉਹਨਾਂ ਨੂੰ ਇਹਨਾਂ 'ਤੇ ਨਿਗਾਹ ਰੱਖਣੀ ਪੈਂਦੀ ਹੈ, ਕਿਉਂਕਿ ਕਦੇ ਵੀ ਇਹ ਧਰਤੀ ਵੱਲ ਨੂੰ ਜਾਂ ਧਰਤੀ ਦੀ ਜਿਹੜੀ ਗ੍ਰੈਵਿਟੀ ਹੈ ਉਹਦੇ ਵੱਲ ਨੂੰ ਆ ਸਕਦੇ ਨੇ। ਤੇ ਜੇ ਇਹ ਆ ਜਾਣ
ਤਾਂ ਇਹ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੇ ਨੇ। ਸੋ ਇਹ ਜਿਹੜੀ ਰੌਕ ਜਾਂ ਕਹਿ ਲਓ ਪੱਥਰ ਜਾਂ ਕਹਿ ਲਓ ਇੱਕ ਟੁਕੜਾ ਜ਼ਮੀਨ ਦਾ ਸੀ ਤੇ ਇਹ 600 ਫੁੱਟ ਦੇ ਕਰੀਬ ਸੀ, ਤੇ ਜਿਸ ਦਾ ਆਕਾਰ ਨਿਊਯਾਰਕ ਓਲੰਪਿਕ ਟਾਵਰ ਜਾਂ ਸਿਆਟਲ ਦੇ ਸਪੇਸ ਨੀਡਲ ਜਿੰਨਾ ਦੱਸਿਆ ਜਾ ਰਿਹਾ ਹੈ। ਸੋ ਜੇ ਇਦਾਂ ਦਾ ਟੁਕੜਾ ਕਿਤੇ ਧਰਤੀ ਨਾਲ ਆ ਕੇ ਟਕਰਾ ਜਾਵੇ ਤਾਂ ਬਹੁਤ ਵੱਡਾ ਵਿਨਾਸ਼ ਦਾ ਜਿਹੜਾ ਕਾਰਨ ਬਣ ਸਕਦਾ ਹੈ। ਤੇ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਥੋੜ੍ਹਾ ਜਿਹਾ ਵੀ ਯਕੀਨ ਰੱਖਦੇ ਹੋ ਜਾਂ ਇਸ ਬਾਰੇ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਡਾਇਨਾਸੌਰ ਖਤਮ ਹੋਏ ਨੇ ਤਾਂ ਉਸ ਦਾ ਕਾਰਨ ਕਿਸੇ ਉਲਕਾਪਿੰਡ ਦਾ ਧਰਤੀ ਵਿੱਚ ਆ ਵੱਜਣਾ ਸੀ। ਤੇ ਜਦੋਂ ਅਮਰੀਕਾ ਦੇ ਵਿੱਚ ਇੱਕ ਵਾਰ ਉਲਕਾਪਿੰਡ ਵੱਜਿਆ ਸੀ ਤੇ ਜਿੱਥੇ ਬਹੁਤ ਵੱਡਾ ਕਰੇਟਰ ਬਣਿਆ ਹੈ ਤਾਂ ਉਸ ਵਕਤ ਵੀ ਜਿਹੜੀ ਹੈ ਇੱਥੇ ਆਈਸ ਏਜ ਸ਼ੁਰੂ ਹੋ ਗਈ ਸੀ। ਸੋ ਇਸੇ ਤਰ੍ਹਾਂ ਸਾਈਬੇਰੀਆ ਦੇ ਵਿੱਚ ਵੱਜਿਆ ਸੀ ਤੇ ਇਸੇ ਸਾਡੇ ਪਿਛਲੀ ਸਦੀ ਦੇ ਵਿੱਚ। ਸੋ ਇਹ ਅਕਸਰ ਵੱਜਦੇ ਰਹਿੰਦੇ ਨੇ, ਲੇਕਿਨ ਜਦੋਂ ਕੋਈ ਬਹੁਤ ਵੱਡਾ ਵੱਜੇ ਤਾਂ ਜਿਹੜਾ ਬਹੁਤ ਵੱਡੀ ਜਿਹੜੀ ਤਬਾਹੀ ਆ ਉਹ ਮਚਾ ਦਿੰਦਾ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੇ ਵੀ ਨਿਗਾਹ ਰੱਖਣੀ ਪੈਂਦੀ ਹੈ ਤੇ ਦੇਖਣਾ ਪੈਂਦਾ ਹੈ ਕਿ ਜਿਹੜੀ ਸਾਡੀ ਧਰਤੀ ਹੈ, ਕਿਉਂਕਿ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਦੁਸ਼ਮਣ ਘੁੰਮਦੇ ਧਰਤ ਦੁਆਲੇ। ਸੋ ਸਾਡਾ ਜਿਹੜਾ ਸੌਰ ਮੰਡਲ ਹੈ ਤਾਂ ਇਸ ਦੇ ਵਿੱਚ ਜਿਹੜੀ ਕੈਪਲਰ ਪੱਟੀ ਹੈ ਜਾਂ ਕੁਛ ਇਸ ਤਰ੍ਹਾਂ ਦੀਆਂ ਪੱਟੀਆਂ ਨੇ ਜਿੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਰੌਕਸ ਨੇ, ਚਟਾਨਾਂ ਨੇ, ਬਰਫ਼ ਦੇ ਤੋਦੇ ਨੇ ਤੇ ਵੱਡੇ ਵੱਡੇ ਲਾਈਕ ਹਜ਼ਾਰ ਕਿਲੋਮੀਟਰ ਤੱਕ ਦੇ ਵੀ ਲੰਬੇ ਹੋ ਸਕਦੇ ਨੇ ਤੇ 500-400 ਕਿਲੋਮੀਟਰ ਦੇ ਵੀ ਹੋ ਸਕਦੇ ਨੇ। ਇਹ ਘੁੰਮਦੇ ਨੇ ਤੇ ਇਹ ਕਿਤੇ ਵੀ ਜਿਹੜੇ ਹੈਗੇ ਆ ਉਹ ਆਪਣੀ ਖਿੱਚ ਚੋਂ ਆਪਣੇ ਉਸ ਜਿਹੜਾ ਜਿਸ ਖਿੱਚ ਦੇ ਵਿੱਚ ਘੁੰਮਦੇ ਨੇ ਸੋ ਉਸ ਤੋਂ ਬਾਹਰ ਨਿਕਲ ਕੇ ਕੋਈ ਵੀ ਰਸਤਾ ਅਖਤਿਆਰ ਕਰ ਸਕਦੇ ਨੇ। ਇਹ ਜਿਹੜੇ ਤਾਰੇ ਨੇ ਜਾਂ ਇਹ ਕਹਿ ਲਓ ਬਾਕੀ ਗ੍ਰਹਿ ਨੇ ਤਾਂ ਉਹਨਾਂ ਦਾ ਕੁਛ ਮਲਬਾ, ਕੁਛ ਉਹਨਾਂ ਦੇ ਟੁਕੜੇ ਇਹ ਜਿਹੜੇ ਹੁੰਦੇ ਨੇ ਇਹ ਬਹੁਤ ਵੱਡੇ ਖਤਰੇ ਦਾ ਕਾਰਨ ਬਣ ਸਕਦੇ ਨੇ, ਪਰ ਅਸੀਂ ਕਰ ਕੁਛ ਨਹੀਂ ਸਕਦੇ। ਸੋ ਇਸੇ ਪ੍ਰਕਾਰ ਦੋਸਤੋ ਸਮੁੰਦਰ ਦੇ ਵਿੱਚ ਇੱਕ ਜਹਾਜ਼ ਫੇਰ ਹਾਦਸੇ ਦਾ ਸ਼ਿਕਾਰ ਹੋਇਆ ਹੈ ਸ਼੍ਰੀਲੰਕਾ ਦੇ ਕੋਲ। ਤੋਂ ਇਹ ਤੇਲ ਵਾਹਕ ਜਹਾਜ਼ ਸੀ ਤੇ ਇਹਦੇ ਵਿੱਚੋਂ ਜਿਹੜਾ ਤੇਲ ਉਹ ਬਹੁਤ ਵੱਡੀ ਪੱਧਰ ਤੇ ਲੀਕ ਹੋਇਆ ਹੈ। ਤੋਂ ਭਾਵੇਂ ਕਾਫੀ ਦੇਸ਼ ਇਸ ਜਹਾਜ਼ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮਦਦ ਕਰ ਰਹੇ ਨੇ ਤੇ ਇਹਦੇ ਵਿੱਚ ਸਮੁੰਦਰ ਦੇ ਵਿੱਚ ਜਿਹੜੀਆਂ ਕਾਫੀ ਰੁਕਾਵਟਾਂ ਆਈਆਂ ਨੇ ਉਸ ਏਰੀਏ ਦੇ ਵਿੱਚ, ਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹਦੇ ਨਾਲ ਜਿਹੜੀਆਂ ਸਮੁੰਦਰੀ ਜੀਵ ਪ੍ਰਜਾਤੀਆਂ ਨੇ, ਮੱਛੀਆਂ ਨੇ, ਪਤਾ ਨਹੀਂ ਕਿੰਨੀ ਕਿਸਮ ਦੀਆਂ ਮੱਛੀਆਂ ਤੇ ਜਾਨਵਰ ਸਮੁੰਦਰ ਦੇ ਵਿੱਚ ਹਨ। ਜੇ ਤੁਸੀਂ ਜਿਹੜੇ ਪਾਣੀ ਵਾਲਾ ਜੀਵਨ ਹੈ ਜਿਹੜੀ ਇਹਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉੱਥੇ ਇੱਕ ਵੱਖਰਾ ਹੀ ਸੰਸਾਰ ਹੈ। ਬਹੁਤ ਸਾਰੀਆਂ ਜੀਵ ਪ੍ਰਜਾਤੀਆਂ ਸਮੁੰਦਰ ਦੇ ਵਿੱਚ ਪਲਦੀਆਂ ਹਨ। ਜਿੰਨੇ ਤੁਸੀਂ ਬਹੁਤ ਸਾਰੇ ਤੁਹਾਡੇ ਜਿਹੜੇ ਗਹਿਣੇ ਹਨ ਉਹਨਾਂ ਦੇ ਵਿੱਚ ਜਿਹੜੇ ਨਾਗ ਜਾਂ ਮੂੰਗੇ ਵਗੈਰਾ ਲੱਗਦੇ ਨੇ ਉਹ ਵੀ ਸਮੁੰਦਰ ਦੇ ਵਿੱਚੋਂ ਹੀ ਆਉਂਦੇ ਨੇ। ਤੇ ਸਮੁੰਦਰ ਨੇ ਸਾਡੀ ਧਰਤੀ ਨੂੰ ਬੈਲੈਂਸ ਕਰਕੇ ਰੱਖਿਆ ਹੋਇਆ ਤੇ ਸਮੁੰਦਰ ਜਿਹੜਾ 70% ਸਾਡੀ ਧਰਤੀ ਤੇ ਫੈਲਿਆ ਹੋਇਆ ਹੈ ਤਾਂ ਇਸ ਦਾ ਬਹੁਤ ਮਹੱਤਵ ਹੈ। ਤੇ ਜੇ ਇਹ ਜੀਵ ਪ੍ਰਜਾਤੀਆਂ ਮਰ ਜਾਣ ਤਾਂ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਨਗੀਆਂ। ਸੋ ਇਸ ਤੇਲ ਦੇ ਵੱਡੇ ਜਹਾਜ਼ ਫਟਣ ਨਾਲ ਤਾਂ ਇਹ ਜੀਵ ਪ੍ਰਜਾਤੀਆਂ ਤੇ ਬਹੁਤ ਮਾੜਾ ਜਿਹੜਾ ਅਸਰ ਹੈ ਉਹ ਪਵੇਗਾ। ਸੋ ਦੋਸਤੋ ਮੈਂ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਪ੍ਰੋਗਰਾਮ ਦੇ ਅੰਤ ਦੇ ਵਿੱਚ ਕਰਨਾ ਚਾਹੁੰਦਾ ਹਾਂ ਤੇ ਜਿਹੜੇ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਸਾਨੂੰ ਕਾਲ ਕਰਦੇ ਨੇ। ਪ੍ਰੋਫੈਸਰ ਬਲਜੀਤ ਸਿੰਘ ਉਟਾਲ ਸਾਹਿਬ ਉਹ ਪ੍ਰੋਗਰਾਮ ਨੂੰ ਹਰ ਵਾਰੀ ਸ਼ੇਅਰ ਵੀ ਕਰਦੇ ਨੇ। ਸੋ ਇਸੇ ਤਰ੍ਹਾਂ ਸਰਦਾਰ ਹਿੰਮਤ ਸਿੰਘ ਕੈਲੀਫੋਰਨੀਆ ਤੋਂ ਉਹ ਵੀ ਹਰ ਪ੍ਰੋਗਰਾਮ ਨੂੰ ਵੇਖਦੇ ਨੇ ਤੇ ਸਾਨੂੰ ਆਪਣਾ ਸੁਨੇਹਾ ਭੇਜਦੇ ਨੇ। ਹਰਜੀਤ ਸਿੰਘ ਦਿਓਲ ਸਾਹਿਬ ਉਹ ਵੀ ਹਮੇਸ਼ਾ ਸਾਨੂੰ ਉਤਸ਼ਾਹ ਦਿੰਦੇ ਨੇ। ਤੇ ਇਸੇ ਪ੍ਰਕਾਰ ਬਲਜੀਤ ਕੌਰ ਦਿੱਲੀ ਜੀ ਉਹ ਵੀ ਸਾਨੂੰ ਸੁਜੈਸ਼ਨ ਭੇਜਦੇ ਨੇ ਕਿ ਪ੍ਰੋਗਰਾਮ ਦੇ ਵਿੱਚ ਆਹ ਪੇਸ਼ ਕਰੋ ਤਾਂ ਇਸ ਤਰ੍ਹਾਂ ਕਰੋ ਜਾਂ ਪ੍ਰੋਗਰਾਮ ਕਿਵੇਂ ਲੱਗਿਆ। ਤਾਂ ਹੋਰ ਵੀ ਬੜੇ ਸਾਰੇ ਦੋਸਤ ਨੇ ਤਾਂ ਜਿਹੜੇ ਹਰ ਵਾਰ ਸਾਨੂੰ ਯਾਦ ਕਰਦੇ ਨੇ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਆਪਣਾ ਸੁਨੇਹਾ ਭੇਜਦੇ ਨੇ। ਸਾਡੇ ਭਾਜੀ ਸੁਰਜੀਤ ਸਿੰਘ ਬਿਸ਼ਦ ਸਾਹਿਬ ਬੜੇ ਅੱਛੇ ਵਿਦਵਾਨ ਨੇ ਤਾਂ ਉਹ ਵੀ ਸਾਨੂੰ ਹੌਸਲਾ ਅਫਜ਼ਾਈ ਦਿੰਦੇ ਨੇ, ਉਹ ਵੀ ਸਾਨੂੰ ਸੁਨੇਹਾ ਭੇਜਦੇ ਨੇ। ਤਾਂ ਆਪ ਰਾਈਟਰ ਵੀ ਨੇ, ਪੱਤਰਕਾਰ ਵੀ ਨੇ ਤੇ ਨਾਲ ਦੀ ਨਾਲ ਉਹ ਹਿੰਦੀ ਸਾਹਿਤ ਦੇ ਆਲੋਚਕ ਵੀ ਨੇ। ਸੋ ਮੈਂ ਬਿਸ਼ਦ ਸਾਹਿਬ ਤੁਹਾਡਾ ਵੀ ਤੇ ਹੋਰ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਬਸਕ੍ਰਾਈਬ ਕੀਤਾ। ਅੰਤ ਤੇ ਮੈਂ ਇਹੋ ਕਹਾਂਗਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖੋ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ, ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ
ਤੇ ਤਾਂ ਕਿ ਅਸੀਂ ਜਿਹੜਾ ਸਾਹਿਤ ਨਾਲ ਸੰਬੰਧਿਤ ਗਤੀਵਿਧੀਆਂ ਨੇ ਉਹ ਤੁਹਾਡੇ ਤੱਕ ਪਹੁੰਚਾ ਸਕੀਏ, ਚੰਗੀਆਂ ਕਿਤਾਬਾਂ ਦੀ ਗੱਲ ਕਰ ਸਕੀਏ, ਵਿਗਿਆਨ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਹੜਾ ਕੈਨੇਡਾ ਤੋਂ ਤੁਹਾਨੂੰ ਸੂਚਨਾਵਾਂ ਸਾਰੀਆਂ ਲੈ ਕੇ ਬਾਹਰ ਨੂੰ ਜਾਂਦਾ ਹੈ। ਨਹੀਂ, ਸਾਡੇ ਪ੍ਰੋਗਰਾਮ ਨੇ ਜਿਹੜੇ ਬਹੁਤ ਸਾਰੇ ਉਹ ਇੰਡੀਆ ਤੋਂ ਕੈਨੇਡਾ ਤਾਂ ਆਉਂਦੇ ਨੇ, ਲੇਕਿਨ ਇੱਥੋਂ ਦੀ ਜਿਹੜੀ ਜਾਣਕਾਰੀ ਹੈ ਲੋਕਲ ਉਹ ਬਾਹਰ ਨਹੀਂ ਜਾਂਦੀ। ਜਦੋਂ ਕਿ ਹੁਣ ਹਾਲਾਤ ਇਹ ਨੇ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ 8-10 ਬੰਦੇ ਨੇ ਜਿਹੜੇ ਉਹ ਕੈਨੇਡਾ 'ਚ ਬੈਠੇ ਨੇ ਜਾਂ ਹੋਰ ਮੁਲਕਾਂ 'ਚ ਬੈਠੇ ਨੇ। ਤੇ ਇੱਥੋਂ ਦਾ ਲਾਈਫ ਸਟਾਈਲ ਕੀ ਹੈ, ਇੱਥੋਂ ਆ ਕੇ ਕੀ ਕਰਨਾ ਹੈ, ਬਹੁਤ ਸਾਰੇ ਲੋਕ ਜਿਹੜੇ ਵਿਜ਼ਟਰ ਨੇ ਉਹ ਜਾਣਨਾ ਚਾਹੁੰਦੇ ਨੇ। ਸੋ ਇਸ ਕਰਕੇ ਜਿਹੜਾ ਸਾਡਾ ਚੈਨਲ ਹੈ, ਮੈਂ ਸਮਝਦਾ ਕਿ ਇਹ ਇਸ ਖੇਤਰ ਦੇ ਵਿੱਚ ਇੱਕ ਚੰਗਾ ਰੋਲ ਅਦਾ ਕਰ ਸਕਦਾ ਹੈ, ਲੇਕਿਨ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਸੋ ਦੋਸਤੋ, ਅੰਤ ਤੇ ਪ੍ਰੋਗਰਾਮ ਨੂੰ ਫੇਰ ਜਿਹੜਾ ਹੈ ਅਸੀਂ ਸਮਾਪਤੀ ਵੱਲ ਲਿਜਾਂਦੇ ਹੋਏ ਇਹ ਕਹਿਣਾ ਚਾਹਾਂਗੇ ਕਿ ਜਿਹੜਾ ਹਰੇਕ ਬੱਚਾ ਹੈ ਉਸ ਦਾ ਜਿਹੜਾ ਜੀਵਨ ਹੈ ਉਹ ਮਹੱਤਵਪੂਰਨ ਹੈ, ਤੇ ਜਿਹੜਾ ਹਰ ਵਿਅਕਤੀ ਹੈ ਉਹਦਾ ਜੀਵਨ ਹੈ ਜਿਹੜਾ ਉਹ ਵੀ ਮਹੱਤਵਪੂਰਨ ਹੈ। ਸੋ ਇਹਨਾਂ ਨੂੰ ਸੁਰੱਖਿਅਤ ਰੱਖਣਾ, ਇਹਨਾਂ ਦੀ ਰਾਖੀ ਕਰਨਾ, ਇਹਨਾਂ ਫੁੱਲਾਂ ਨੂੰ ਬਚਾ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਸੋ ਉਹਨਾਂ 215 ਬੱਚਿਆਂ ਦੀ ਮੌਤ ਕੈਨੇਡਾ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਹਿਲਾਉਣ ਕੇ ਰੱਖ ਗਈ, ਤੇ ਸਾਡਾ ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਸੀ। ਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਗੱਲਾਂ ਮੁੜ ਕੇ ਨਹੀਂ ਹੋਣੀਆਂ ਚਾਹੀਦੀਆਂ, ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਤੇ ਇੱਕ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਤੇ ਧਾਰਮਿਕ ਹੋਣ ਦਾ ਤਾਂ ਹੀ ਫਾਇਦਾ ਹੈ ਜੇ ਮਨੁੱਖ ਇੱਕ ਵਧੀਆ ਇਨਸਾਨ ਹੋਵੇ। ਜੋ ਪਹਿਲਾਂ ਇਨਸਾਨ ਹੀ ਨਹੀਂ ਬਣ ਸਕਿਆ ਤੇ ਫਿਰ ਧਰਮ ਵੀ ਕੁਛ ਨਹੀਂ ਕਰ ਸਕਦਾ। ਤੇ ਜਿੰਨਾ ਵੀ ਧਰਮ ਦੇ ਨਾਂ ਤੇ ਜਾਂ ਸੱਭਿਆਚਾਰ ਦੇ ਨਾਂ ਤੇ ਕਤਲੇਆਮ ਕੀਤਾ ਗਿਆ ਹੈ, ਅਸੀਂ ਉਹਨਾਂ ਦੀ ਨਿਖੇਧੀ ਕਰਦੇ ਹਾਂ। ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਮੇਜਰ ਮੰਕ ਨੂੰ ਇੱਥੇ ਹੀ ਆਗਿਆ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।